ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਡੀ ਰਿਆਸਤ ਦਾ ਰਾਜਾ ਹਰੀ ਸੈਨ ਇੱਕ ਵਾਰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਆਇਆ। ਉਸ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਨ ਤੋਂ ਉਪਰੰਤ ਉਹ ਸਵੇਰ ਦੇ ਦੀਵਾਨ ਵਿੱਚ ਹਾਜ਼ਰ ਹੋਇਆ। ਉਸ ਸਮੇਂ ਕੀਰਤਨੀਏ ਸ਼ਬਦ ਪੜ੍ਹ ਰਹੇ ਸਨ। ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਰਾਜੇ ਨੇ ਸ਼ਬਦ ਸੁਣਿਆ ਤਾਂ ਉਸ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ। ਉਹ ਸੋਚਣ ਲੱਗਾ, ਜੇ ਲੇਖ ਮਿਟ ਹੀ ਨਹੀਂ ਸਕਦੇ ਤਾਂ ਫਿਰ ਗੁਰੂ ਦੀ ਸੰਗਤ ਕਰਨ ਦਾ ਕੀ ਲਾਭ, ਗੁਰੂ ਦੇ ਦਰਸ਼ਨ ਕਰਨ ਦਾ ਕੀ ਲਾਭ, ਬਾਣੀ ਪੜ੍ਹਨ ਦਾ ਕੀ ਲਾਭ, ਕੀਰਤਨ ਸੁਣਨ ਦਾ ਕੀ ਲਾਭ। ਆਪਣੇ ਮਨ ਵਿੱਚ ਉਸਨੇ ਇੱਕ ਭਰਮ ਪਾਲ ਲਿਆ ਤੇ ਦੀਵਾਨ ਵਿੱਚ ਹਾਜ਼ਰੀ ਭਰਦਿਆਂ ਵੀ ਰਾਜੇ ਦੇ ਮਨ ਵਿੱਚ ਉਥਲ ਪੁਥਲ ਹੋ ਰਹੀ ਸੀ। ਸੋ ਉਸਨੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਪਣੇ ਸ਼ੱਕ ਨੂੰ, ਆਪਣੇ ਭਰਮ ਨੂੰ ਦੂਰ ਕਰਨ ਲਈ ਗੁਰੂ ਅਰਜਨ ਦੇਵ ਪਾਸ ਬੇਨਤੀ ਕੀਤੀ, ਹੇ ਸਤਿਗੁਰੂ, ਮੇਰੇ ਮਨ ਦਾ ਭਰਮ ਦੂਰ ਕੀਤਾ ਜਾਵੇ। ਤਾਂ ਗੁਰੂ ਅਰਜਨ ਦੇਵ ਜੀ ਨੇ ਰਾਜੇ ਨੂੰ ਪੁੱਛਿਆ, ਰਾਜਾ ਜੀ, ਤੁਹਾਨੂੰ ਕਿਹੜਾ ਭਰਮ ਹੋ ਗਿਆ? ਤਾਂ ਰਾਜੇ ਹਰੀ ਸੈਨ ਨੇ ਕਿਹਾ, ਸਤਿਗੁਰੂ ਜੀ, ਮੈਂ ਇੰਨੀ ਦੂਰ ਤੋਂ ਚੱਲ ਕੇ ਤੁਹਾਡੇ ਦਰਸ਼ਨ ਕਰਨ ਆਇਆ ਹਾਂ, ਪਰ ਜਦ ਕੀਰਤਨੀਆਂ ਕੋਲੋਂ ਤੁਹਾਡੀ ਗੁਰਬਾਣੀ ਦਾ ਸ਼ਬਦ ਸੁਣਿਆ, ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ। ਜੇ ਲੇਖ ਮਿਟ ਹੀ ਨਹੀਂ ਸਕਦੇ ਤਾਂ ਮੈਂ ਤੁਹਾਡੇ ਦਰਸ਼ਨ ਕਰਨ ਕਿਉਂ ਆਇਆ ਹਾਂ? ਮੈਨੂੰ ਉਸ ਗੁਰਬਾਣੀ ਸੁਣਨ ਦਾ ਕੀ ਲਾਭ, ਉਸ ਕੀਰਤਨ ਦਾ ਕੀ ਲਾਭ, ਸਾਧ ਸੰਗਤ ਦਾ ਕੀ ਲਾਭ, ਜੇ ਲੇਖ ਮਿਟਣੇ ਹੀ ਨਹੀਂ? ਕੀ ਸਾਡੀ ਬਾਣੀ ਪੜ੍ਹਨ ਦਾ, ਸਾਧ ਸੰਗਤ ਕਰਨ ਦਾ, ਦਰਸ਼ਨ ਕਰਨ ਦਾ, ਕੀਰਤਨ ਸੁਣਨ ਦਾ ਕੋਈ ਫਲ ਹੀ ਨਹੀਂ ਮਿਲਣਾ? ਤਾਂ ਫਿਰ ਫਾਇਦਾ ਕੀ ਸੰਗਤ ਕਰਨ ਦਾ, ਬਾਣੀ ਪੜ੍ਹਨ ਦਾ, ਕੀਰਤਨ ਸੁਣਨ ਦਾ? ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਰਾਜੇ ਨੂੰ ਕਿਹਾ, ਤੁਸੀਂ ਕੁਛ ਦਿਨ ਸਾਡੇ ਕੋਲ ਠਹਿਰੋ, ਤੁਹਾਡਾ ਭਰਮ ਦੂਰ ਹੋ ਜਾਵੇਗਾ। ਤੇ ਰਾਜਾ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਕੁਝ ਦਿਨ ਅੰਮ੍ਰਿਤਸਰ ਗੁਰੂ ਘਰ ਵਿੱਚ ਹੀ ਰੁਕ ਗਿਆ। ਅਗਲੇ ਦਿਨ ਰਾਜੇ ਨੂੰ ਰਾਤ ਸੁੱਤੇ ਪਏ ਨੂੰ ਸੁਪਨਾ ਆਇਆ। ਉਸਨੇ ਵੇਖਿਆ ਕਿ ਉਸ ਦੀ ਮੌਤ ਹੋ ਗਈ ਹੈ ਅਤੇ ਉਸ ਦਾ ਦੂਜਾ ਜਨਮ ਚੰਡਾਲਾਂ ਦੇ ਘਰ ਹੋ ਗਿਆ ਹੈ। ਉਹ ਵੱਡਾ ਹੋ ਕੇ ਚੰਡਾਲਾਂ ਵਾਲੇ ਕੰਮ ਕਾਰ ਕਰਨ ਲੱਗ ਪਿਆ ਹੈ। ਉਸ ਦਾ ਵਿਆਹ ਹੋ ਗਿਆ ਹੈ, ਉਸ ਦੇ ਬੱਚੇ ਹੋ ਗਏ ਹਨ। ਤੇ ਇੱਕ ਦਿਨ ਉਹ ਇੱਕ ਦਰਖਤ ਉੱਪਰ ਲੱਕੜੀਆਂ ਕੱਟ ਰਿਹਾ ਸੀ ਤੇ ਦਰਖਤ ਦਾ ਟਾਹਣਾ ਟੁੱਟ ਗਿਆ ਤੇ ਉਹ ਜ਼ਮੀਨ ਉੱਪਰ ਆ ਡਿੱਗਾ। ਉਸ ਦੇ ਸਿਰ 'ਤੇ ਸੱਟ ਵੱਜੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਜਿਉਂ ਹੀ ਰਾਜੇ ਨੇ ਸੁਪਨਾ ਵੇਖਿਆ, ਉਸ ਦੀ ਨੀਂਦ ਖੁੱਲ੍ਹ ਗਈ ਤੇ ਰਾਜੇ ਨੇ ਜਾਗ ਆਉਣ ਪਿੱਛੋਂ ਤਿਆਰ ਹੋ ਕੇ ਸਵੇਰ ਦੇ ਦੀਵਾਨ ਵਿੱਚ ਹਾਜ਼ਰੀ ਭਰੀ, ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਫਿਰ ਤੀਜੇ ਪਹਿਰ ਆਪਣੇ ਸਾਥੀਆਂ ਨਾਲ ਘੋੜੇ ਉੱਪਰ ਸਵਾਰ ਹੋ ਕੇ ਸ਼ਿਕਾਰ ਕਰਨ ਲਈ ਚਲਿਆ ਗਿਆ। ਰਾਜਾ ਸ਼ਿਕਾਰ ਮਗਰ ਜਾਂਦਾ ਜਾਂਦਾ ਆਪਣੇ ਸਾਥੀਆਂ ਨਾਲੋਂ ਬਹੁਤ ਦੂਰ ਨਿਕਲ ਗਿਆ। ਰਸਤੇ ਵਿੱਚ ਉਸ ਨੂੰ ਉਹ ਪਿੰਡ ਨਜ਼ਰ ਆਇਆ ਜੋ ਉਸਨੇ ਸੁਪਨੇ ਵਿੱਚ ਵੇਖਿਆ ਸੀ ਅਤੇ ਉਹ ਦਰਖਤ ਵੀ ਨਜ਼ਰ ਆ ਗਿਆ ਜਿਸ ਉੱਪਰੋਂ ਡਿੱਗ ਕੇ ਉਸ ਦੀ ਮੌਤ ਹੋਈ ਸੀ। ਸਾਰਾ ਕੁਝ ਉਹੀ ਸੀ ਜੋ ਉਸਨੇ ਸੁਪਨੇ ਵਿੱਚ ਵੇਖਿਆ ਸੀ। ਰਾਜਾ ਬੜਾ ਹੈਰਾਨ ਸੀ। ਉਸ ਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਇਹ ਸੱਚ ਸੀ ਕਿ ਜਾਂ ਸੁਪਨਾ ਸੀ। ਰਾਜਾ ਉੱਥੇ ਪਰੇਸ਼ਾਨੀ ਦੀ ਹਾਲਤ ਵਿੱਚ ਖੜਾ ਸੀ ਕਿ ਇੰਨੇ ਚਿਰ ਨੂੰ ਬੱਚਿਆਂ ਨੇ ਅਤੇ ਇੱਕ ਇਸਤਰੀ ਨੇ ਆ ਕੇ ਉਸ ਨੂੰ ਘੇਰਾ ਪਾ ਲਿਆ ਅਤੇ ਬੱਚੇ ਕਹਿਣ ਲੱਗੇ, ਬਾਪੂ, ਤੂੰ ਤਾਂ ਦਰਖਤ ਤੋਂ ਡਿੱਗ ਕੇ ਮਰ ਗਿਆ ਸੀ ਅਤੇ ਹੁਣ ਜਿਉਂਦਾ ਹੋ ਗਿਆ, ਕਿਵੇਂ ਹੋ ਗਿਆ? ਰਾਜੇ ਨੇ ਕਿਹਾ, ਮੈਂ ਮੰਡੀ ਦਾ ਰਾਜਾ ਹਾਂ ਹਰੀ ਸੈਨ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਕਰਨ ਆਇਆ ਹਾਂ। ਮੈਂ ਤੁਹਾਡਾ ਬਾਪੂ ਨਹੀਂ ਹਾਂ, ਤੁਹਾਨੂੰ ਭੁਲੇਖਾ ਲੱਗਾ ਹੈ। ਪਰ ਉਹ ਬੱਚੇ ਅਤੇ ਇਸਤਰੀ ਉਸ ਦੇ ਖਹਿੜੇ ਪੈ ਗਏ। ਇਸਤਰੀ ਕਹਿਣ ਲੱਗੀ, ਤੁਸੀਂ ਹੀ ਮੇਰੇ ਪਤੀ ਹੋ, ਮੈਂ ਚੰਗੀ ਤਰ੍ਹਾਂ ਤੁਹਾਨੂੰ ਪਛਾਣ ਸਕਦੀ ਹਾਂ। ਤੁਸੀਂ ਨਹੀਂ ਜਾਣਦੇ ਕੱਲ੍ਹ ਤੋਂ ਸਾਡੀ ਹਾਲਤ ਕਿਹੋ ਜਿਹੀ ਹੋ ਰਹੀ ਸੀ। ਸਾਨੂੰ ਇੰਜ ਲੱਗਦਾ ਸੀ ਸਾਡਾ ਗੁਜ਼ਾਰਾ ਕਿਵੇਂ ਚੱਲੇਗਾ, ਸਾਨੂੰ ਕਮਾਈ ਕਰਕੇ ਕੌਣ ਖਵਾਏਗਾ, ਅਸੀਂ ਕਿਸ ਤਰ੍ਹਾਂ ਜੀਵਾਂਗੇ, ਸਾਨੂੰ ਰੋਜ਼ੀ ਰੋਟੀ ਕਿਸ ਤਰ੍ਹਾਂ ਮਿਲੇਗੀ। ਪਰ ਚੰਗਾ ਹੋਇਆ ਤੁਸੀਂ ਮਿਲ ਗਏ। ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਜਿਉਂਦੇ ਕਿਵੇਂ ਹੋ ਗਏ? ਰਾਜਾ ਉਸ ਇਸਤਰੀ ਅਤੇ ਬੱਚਿਆਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸ ਦੇ ਖਹਿੜੇ ਪਏ ਹੋਏ ਸਨ ਅਤੇ ਉਹਨਾਂ ਨੇ ਉਸ ਇਸਤਰੀ ਅਤੇ ਬੱਚਿਆਂ ਨੂੰ ਸਮਝਾਇਆ ਕਿ ਤੁਸੀਂ ਰਾਜੇ ਦੀ ਸ਼ਕਲ ਆਪਣੇ ਪਿਤਾ ਵਰਗੀ ਵੇਖ ਕੇ ਭੁਲੇਖਾ ਖਾ ਗਏ ਹੋ। ਇਹ ਮੰਡੀ ਦਾ ਰਾਜਾ ਹਰੀ ਸੈਨ ਹੈ। ਪਰ ਉਹ ਬੱਚੇ ਅਤੇ ਇਸਤਰੀ ਇਹ ਮੰਨਣ ਲਈ ਤਿਆਰ ਨਹੀਂ ਸਨ। ਤਾਂ ਫਿਰ ਗੁਰੂ ਪਾਤਸ਼ਾਹ ਜੀ ਨੇ ਕਿਹਾ, ਚਲੋ ਇਹ ਦੱਸੋ, ਤੁਹਾਡੇ ਪਤੀ ਦੀ ਜਦੋਂ ਮੌਤ ਹੋਈ ਸੀ ਤੁਸੀਂ ਉਸ ਨੂੰ ਕਿੱਥੇ ਦਫਨਾਇਆ ਸੀ? ਤੇ ਉਹ ਬੱਚੇ ਅਤੇ ਇਸਤਰੀ ਗੁਰੂ ਸਾਹਿਬ ਨੂੰ ਉਸ ਜਗ੍ਹਾ 'ਤੇ ਲੈ ਗਏ ਜਿਸ ਜਗ੍ਹਾ 'ਤੇ ਉਹ ਆਦਮੀ ਨੂੰ ਦਫਨਾਇਆ ਗਿਆ ਸੀ। ਗੁਰੂ ਅਰਜਨ ਦੇਵ ਜੀ ਨੇ ਉਸ ਜਗ੍ਹਾ ਤੋਂ ਮਿੱਟੀ ਹਟਵਾਈ ਤਾਂ ਦੇਖਿਆ ਕਿ ਨੀਚੇ ਉਹੀ ਆਦਮੀ ਪਿਆ ਸੀ ਜੋ ਬੱਚਿਆਂ ਦਾ ਪਿਤਾ ਸੀ, ਜਿਸ ਦੀ ਮੌਤ ਕੱਲ੍ਹ ਦਰਖਤ ਤੋਂ ਡਿੱਗੀ ਹੋਈ ਸੀ।
ਪਰ ਉਸ ਆਦਮੀ ਦੀ ਸ਼ਕਲ ਬਿਲਕੁਲ ਰਾਜੇ ਹਰੀ ਸੈਨ ਵਰਗੀ ਸੀ। ਤਦ ਗੁਰੂ ਸਾਹਿਬ ਨੇ ਉਹਨਾਂ ਬੱਚਿਆਂ ਨੂੰ ਅਤੇ ਇਸਤਰੀ ਨੂੰ ਸਮਝਾਇਆ, ਦੇਖੋ ਤੁਹਾਡੇ ਬੱਚਿਆਂ ਦਾ ਪਿਤਾ ਉਸੇ ਜਗ੍ਹਾ 'ਤੇ ਹੈ ਜਿਸ ਦੀ ਕੱਲ੍ਹ ਮੌਤ ਹੋ ਗਈ ਸੀ, ਜਿਸ ਨੂੰ ਤੁਸੀਂ ਦਫਨਾ ਕੇ ਗਏ ਸੀ। ਇਹ ਮੰਡੀ ਰਿਆਸਤ ਦਾ ਰਾਜਾ ਹੈ। ਇਹਨਾਂ ਦੋਵਾਂ ਦੀ ਸ਼ਕਲ ਬਿਲਕੁਲ ਮਿਲਦੀ ਹੈ, ਇਸ ਲਈ ਤੁਹਾਨੂੰ ਭੁਲੇਖਾ ਪੈ ਗਿਆ ਹੈ। ਅਤੇ ਫਿਰ ਬੱਚਿਆਂ ਨੂੰ ਅਤੇ ਉਸ ਇਸਤਰੀ ਨੂੰ ਗੁਰੂ ਸਾਹਿਬ ਦੀ ਗੱਲ 'ਤੇ ਯਕੀਨ ਹੋ ਗਿਆ ਅਤੇ ਉਹ ਉੱਥੋਂ ਚਲੇ ਗਏ। ਅਤੇ ਰਾਜਾ ਹਰੀ ਸੈਨ ਗੁਰੂ ਅਰਜਨ ਦੇਵ ਜੀ ਦੇ ਪੈਰੀਂ ਪੈ ਗਿਆ। ਉਸਨੇ ਕਿਹਾ, ਗੁਰੂ ਜੀ, ਮੈਨੂੰ ਗਿਆਨ ਹੋ ਗਿਆ ਹੈ, ਮੇਰਾ ਸ਼ੱਕ ਵੀ ਦੂਰ ਹੋ ਗਿਆ, ਮੇਰਾ ਭਰਮ ਵੀ ਟੁੱਟ ਗਿਆ ਕਿ ਲੇਖ ਮਿਟਦੇ ਨਹੀਂ, ਪਰ ਕੀਤੇ ਕਰਮਾਂ ਦਾ ਫਲ ਜਿਹੜਾ ਜਨਮ ਲੈ ਕੇ ਭੁਗਤਣਾ ਹੋਵੇ, ਉਹ ਸਾਧ ਸੰਗਤ ਕਰਨ ਨਾਲ, ਉਹ ਬਾਣੀ ਪੜ੍ਹਨ ਨਾਲ, ਉਹ ਕੀਰਤਨ ਸੁਣਨ ਨਾਲ ਇੱਕ ਸੁਪਨੇ ਵਿੱਚ ਹੀ ਕੱਟਿਆ ਜਾ ਸਕਦਾ ਹੈ। ਸੋ ਸਾਧ ਸੰਗਤ ਕਰਨੀ, ਬਾਣੀ ਪੜ੍ਹਨਾ, ਕੀਰਤਨ ਸੁਣਨਾ ਕਦੀ ਵੀ ਕੁਛ ਵਿਅਰਥ ਨਹੀਂ ਜਾਂਦਾ। ਗੁਰੂ ਸਾਹਿਬ ਉਸ ਦੇ ਤਿਲ ਮਾਤਰ ਦਾ ਵੀ ਫਲ ਜ਼ਰੂਰ ਦਿੰਦੇ ਹਨ। ਅਤੇ ਇਸ ਤਰ੍ਹਾਂ ਜੋ ਸਾਡੇ ਮਾੜੇ ਕਰਮਾਂ ਦਾ ਫਲ ਹੁੰਦਾ ਹੈ, ਬਾਣੀ ਪੜ੍ਹਨ ਨਾਲ, ਸਾਧ ਸੰਗਤ ਕਰਨ ਨਾਲ ਸਤਿਗੁਰੂ ਜੀ ਉਸ ਨੂੰ ਸੂਲੀ ਤੋਂ ਸੂਲ ਕਰ ਦਿੰਦੇ ਹਨ ਅਤੇ ਉਹ ਕਰਮਾਂ ਦਾ ਫਲ ਸੁਪਨੇ ਵਾਂਗੂ ਕੱਟਿਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।